ਚਾਰੋਂ ਜਿਹੜੇ ਟੌਪ ਪਲੇਅਰਸ ਹੈਗੇ ਆ ਸਪੇਸ ਦੇ ਅੰਦਰ ਰਸ਼ੀਆ, ਚਾਈਨਾ, US ਐਂਡ ਇੰਡੀਆ। ਇਹਦੇ 'ਚ ਸਭ ਤੋਂ ਜ਼ਿਆਦਾ ਜਿਹੜਾ ਕਾਸਟ ਇਫੈਕਟਿਵ ਹੈ ਉਹ ਇੰਡੀਆ ਲਾਂਚ ਕਰਦਾ। 50 ਮੇਜਰ ਏਜੰਸੀਜ਼ ਹੈਗੀਆਂ ਨੇ ਇੰਡੀਆ ਵਿੱਚ ਜਿਹੜੀ ਇਸਰੋ ਦੇ ਨਾਲ ਜੁੜੀਆਂ ਤੇ ਹੋ ਸਕਦਾ ਕਿ ਸਾਨੂੰ ਇਨ ਡਿਊ ਕੋਰਸ ਆਫ ਟਾਈਮ ਕੋਈ ਜੋ ਮੈਟਲਸ ਜਾਂ ਮਿਨਰਲਸ ਮਿਲਣ ਜਿਹੜੇ ਅਸੀਂ ਕਦੀ ਅਰਥ ਤੇ ਦੇਖੇ ਵੀ ਨਹੀਂ। ਪਰ ਜਦੋਂ ਸਾਇੰਸ, ਟੈਕਨੋਲੋਜੀ, ਟੈਲੀਕਮਿਊਨੀਕੇਸ਼ਨ ਜਾਂ ਬਾਕੀ ਹਾਈ ਟੈਕ ਦਾ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਸਭ ਕੋਲ ਪਹਿਲਾਂ। ਅਮਰੀਕਾ ਨੇ ਰੋਬੋਟਸ ਵੀ ਭੇਜੇ ਔਰ ਮੂਨ ਤੇ ਲੈਂਡ ਕਰਨ ਲਈ ਜਿਹੜਾ ਹਿਊਮਨ ਹੈ ਉਹ ਅਮਰੀਕਾ ਹੀ ਇਕੱਲਾ ਕੰਟਰੀ ਹੈ। ਚੀਜ਼ ਨੂੰ ਐਕਸਪੋਜ਼ ਕਰਨ ਤੋਂ ਪਹਿਲੇ ਉਹਨਾਂ ਨੇ ਰਿਸਕ ਨਹੀਂ ਲਿਆ, ਉਹਨਾਂ ਨੇ ਇੱਕ ਐਨੀਮਲ ਦੇ ਉੱਤੇ ਉਹਨਾਂ ਦੇ ਐਕਸਪੈਰੀਮੈਂਟ ਕੀਤੇ। ਸਪੇਸ ਜੰਗ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਵੀ ਇੱਕ ਬੜਾ ਵੱਡਾ ਮਸਲਾ ਹੈ। ਇਸ ਤੋਂ ਪਹਿਲੇ 3 ਹੋਰ ਕੰਟਰੀਜ਼ ਮੂਨ ਤੇ ਲੈਂਡ ਕਰ ਚੁੱਕੀ ਹੈ। ਇੰਡੀਆ ਨੇ ਸਾਊਥ ਪੋਲ ਕਿਉਂ ਚੁਣਿਆ, ਕੀ ਰੀਜ਼ਨ? ਸਾਰੇ ਦੁਨੀਆ ਦੀ ਸਰਕਾਰਾਂ, ਗਵਰਨਮੈਂਟਸ ਸਪੇਸ ਪ੍ਰੋਗਰਾਮਸ 'ਚ ਇੰਨਾ ਕਿਉਂ ਇਨਵੈਸਟ ਕਰਦੀਆਂ, ਇੰਨਾ ਮਨੀ ਕਿਉਂ ਇਨਵੈਸਟ ਕੀਤਾ ਜਾਂਦਾ? ਸੋ ਮੇਜਰ ਪਲੇਅਰਸ ਕਿਹੜੇ ਆ ਸਪੇਸ ਦੇ ਅੰਦਰ? ਆਪਾਂ ਕੈਨੇਡਾ ਦੀ ਸਪੇਸ ਏਜੰਸੀ ਦਾ ਨਾਮ ਬਹੁਤ ਘੱਟ ਸੁਣਿਆ, CSA ਕੈਨੇਡੀਅਨ ਸਪੇਸ ਏਜੰਸੀ, ਜਿਹਦਾ ਆਫਿਸ ਜਿਹੜਾ ਹੈਡ ਆਫਿਸ ਉਹ ਕਿਊਬੈਕ ਦੇ ਅੰਦਰ ਹੈ। 2-3 ਦਿਨ ਪਹਿਲੇ ਪਤਾ ਚੱਲਿਆ ਕਿ ਦੇ ਹੈਵ ਫਾਊਂਡ ਸਲਫਰ ਮੂਨ ਤੇ ਮਿਲ ਗਿਆ। ਚੰਦਰਯਾਨ, ਹਾਂ ਚੰਦਰਯਾਨ ਮਿਲ ਗਿਆ। ਪ੍ਰੋਜੈਕਟ ਸ਼ੁਰੂ ਕੀਤਾ ਜਿਹੜਾ ਸਨ ਨੂੰ, ਸੂਰਜ ਨੂੰ ਕਵਰ ਕਰੇਗਾ। ਹੁਣ ਇੰਡੀਆ ਨੂੰ ਉਹਦਾ ਕੀ ਫਾਇਦਾ ਹੋ ਸਕਦਾ ਹੈ ਔਰ ਸਲਫਰ ਕਿਹੜੇ ਕੰਮ ਆਉਂਦਾ? ਕੈਨੇਡਾ ਆਰਮ ਇੱਕ ਰੋਬੋਟਿਕ ਆਰਮ ਡਿਵੈਲਪ ਕੀਤੀ ਸੀ ਕੈਨੇਡਾ ਨੇ। ਇਸਰੋ ਦਾ ਜਿਹੜਾ ਚੀਫ ਹੈਗਾ ਉਹਦੀ ਸੈਲਰੀ ਅਗਰ ਇੰਡੀਅਨ ਔਰ US ਡਾਲਰ ਦੇ ਹਿਸਾਬ ਨਾਲ ਕੀ ਮੇਰੇ ਖਿਆਲ $40,000 ਹੁੰਦੀ। ਨਾਸਾ ਜਿਹੜਾ ਐਂਟਰ ਕਰਦਾ ਸਾਇੰਟਿਸਟ ਉਹ 80-85 ਹਜ਼ਾਰ ਡਾਲਰ ਤੇ ਐਂਟਰ ਕਰਦਾ। ਅਸੀਂ ਅੱਜ ਸ਼ੋਅ 'ਚ ਗੱਲਬਾਤ ਕਰਨ ਜਾ ਰਹੇ ਹਾਂ ਕੁਝ ਸਪੈਸ਼ਲ ਟੌਪਿਕ ਦੇ ਉੱਪਰ ਜਿਹੜਾ ਕਿ ਸਪੇਸ ਨਾਲ ਰਿਲੇਟਡ ਹੈ। ਇੰਡੀਆ ਨੇ ਰੀਸੈਂਟਲੀ ਚੰਦਰਯਾਨ 3 ਜਿਹੜਾ ਕਿ ਮੂਨ ਦੇ ਉੱਪਰ ਲੈਂਡ ਕੀਤਾ ਹੈ। ਸੋ ਉਹਦੇ ਬਾਅਦ ਦੁਨੀਆ 'ਚ ਇੱਕ ਨਾਮ ਹੋ ਗਿਆ ਕਿ ਇੰਡੀਆ ਬਿਕੇਮ ਦ ਫਰਸਟ ਕੰਟਰੀ ਇਨ ਦ ਵਰਲਡ ਟੂ ਲੈਂਡ ਔਨ ਦ ਸਾਊਥ ਪੋਲ ਆਫ ਮੂਨ। ਇਸ ਤੋਂ ਪਹਿਲੇ ਵੀ ਕੰਟਰੀਜ਼ ਨੇ US, ਰਸ਼ੀਆ, ਚਾਈਨਾ ਜਿਹੜੇ ਕਿ ਮੂਨ ਤੇ ਲੈਂਡ ਕਰ ਚੁੱਕੇ ਹੈ, ਲੇਕਿਨ ਸਾਊਥ ਪੋਲ 'ਚ ਇੰਡੀਆ ਨੇ ਪਹਿਲੀ ਵਾਰ ਲੈਂਡ ਕੀਤਾ। ਔਰ ਅਸੀਂ ਗੱਲ ਕਰਾਂਗੇ ਕੈਨੇਡਾ ਦੇ ਸਪੇਸ ਏਜੰਸੀ ਦੇ ਬਾਰੇ, ਕਿਉਂਕਿ ਸਾਨੂੰ ਅਗਰ ਦੁਨੀਆ 'ਚ ਨਾਮ ਲਈਏ ਕਿ ਕੁਝ ਸਪੇਸ ਏਜੰਸੀਜ਼ ਦੇ ਨਾਮ ਲੈਣੇ ਹੈ, ਨਾਸਾ, ਇਸਰੋ, ਰਸ਼ੀਆ ਦੀ ਜਿਹੜੀ ਸਪੇਸ ਏਜੰਸੀਜ਼ ਹੈ ਰੋਸਕੋਸਮੋਸ, ਔਰ ਚਾਈਨਾ ਦੀ ਸਪੇਸ ਏਜੰਸੀ ਜਿਹੜੀ ਕਿ ਵਨ ਆਫ ਦੀ ਟੌਪ ਉਹ ਵੀ ਹੈ CNSA। ਇਹਦੇ ਇਲਾਵਾ ਅਗਰ ਕੈਨੇਡਾ ਦੀ ਸਪੇਸ ਏਜੰਸੀ ਦੀ ਗੱਲ ਕਰੀਏ ਕਿ ਕਾਫੀ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ, ਲੇਕਿਨ ਦੁਨੀਆ ਦੇ ਅੰਦਰ ਇੰਟੀਗ੍ਰੇਟਿਡ ਸਿਸਟਮ ਹੁੰਦਾ ਹੈ, ਸਾਰੀ ਸਪੇਸ ਏਜੰਸੀਜ਼ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੀਆਂ। ਜਿਹੜਾ ਇਸਰੋ ਨੇ ਵੀ ਆ ਪ੍ਰੋਜੈਕਟ ਭੇਜਿਆ ਮੂਨ ਤੇ, ਇਹਦੇ ਅੰਦਰ ਵੀ ਬਾਕੀ ਸਾਰੀ ਸਪੇਸ ਏਜੰਸੀਜ਼ ਦਾ ਕੁਛ ਨਾ ਕੁਛ ਕੰਟਰੀਬਿਊਸ਼ਨ ਹੈ। ਸਾਡੇ ਨਾਲ ਸ਼ੋਅ 'ਚ ਸਾਰੇ ਤੇ ਗੱਲਾਂ ਕਰਨ ਲਈ ਅੱਜ ਸਾਡੇ ਸਪੈਸ਼ਲ ਗੈਸਟ ਮਿਸਟਰ ND ਆਨੰਦ ਮੌਜੂਦ ਹੈ, ਜਿਹੜੇ ਕਿ ਸਪੇਸ ਔਰ ਇਹਦੇ ਉੱਪਰ ਕਾਫੀ ਰਿਸਰਚ ਕਰਦੇ ਔਰ ਕਾਫੀ ਇਹਦੇ 'ਚ ਨੋ ਹਾਉ ਰੱਖਦੇ ਆ। ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ। ND ਜੀ ਸਵਾਗਤ ਹੈ ਪ੍ਰਾਈਮ ਮਿਨਿਸਟਰ ਦੇ। ਥੈਂਕਸ ਫॉर ਹੈਵਿੰਗ ਜੀ, ਥੈਂਕ ਯੂ ਸੋ ਮਚ। ਬੜਾ ਵਾਈਬ੍ਰੈਂਟ ਟੌਪਿਕ ਹੈ। ਆਈ ਵੁੱਡ ਵਿਸ਼ ਟੂ ਕੰਟਰੀਬਿਊਟ ਵਾਟਐਵਰ ਲਿਟਲ। ਸੋ ਹਾਂਜੀ ND ਜੀ, ਅਸੀਂ ਚੰਦਰਯਾਨ ਦੇ ਬਾਰੇ ਬਾਅਦ 'ਚ ਗੱਲ ਕਰਦੇ ਹਾਂ, ਪ੍ਰੋਜੈਕਟ ਕੀ ਸੀ ਸਾਰਾ, ਲੇਕਿਨ ਸਭ ਤੋਂ ਪਹਿਲੇ ਸਵਾਲ ਹੈ ਕਿ ਸਾਰੀ ਦੁਨੀਆ ਦੀ ਸਰਕਾਰਾਂ, ਗਵਰਨਮੈਂਟਸ ਸਪੇਸ ਪ੍ਰੋਗਰਾਮਸ 'ਚ ਇੰਨਾ ਕਿਉਂ ਇਨਵੈਸਟ ਕਰਦੀਆਂ, ਇੰਨਾ ਮਨੀ ਕਿਉਂ ਇਨਵੈਸਟ ਕੀਤਾ ਜਾਂਦਾ? ਦੇਖੋ ਜੀ, ਅਹਿਮ ਗੱਲ ਸਭ ਕੋਲ ਵੱਡੀ ਹੈ ਕਿ ਹਰ ਕੰਟਰੀ ਹੋਏ, ਇੰਡੀਵਿਜੂਅਲ ਹੋਏ, ਕੰਪਨੀਜ਼ ਹੋਣ, ਇਹ ਕਿਸੇ ਵੀ ਸਕਸੈਸ ਸਟੋਰੀ ਨਾਲ ਜੁੜਨਾ ਚਾਹੁੰਦੀਆਂ ਨੇ ਪਹਿਲੀ ਗੱਲ, ਕਿਉਂਕਿ ਸਪੇਸ ਇੱਕ ਬੜਾ ਵੱਡਾ ਚੈਲੰਜਿੰਗ ਏਰੀਆ ਜਿਹਦੇ 'ਚ ਬਹੁਤ ਕੁਝ ਕਰਨ ਨੂੰ ਹੈ, ਹਾਲੀ ਅਨਐਕਸਪਲੋਰਡ ਹੈ। ਮੈਂ ਤਾਂ ਕਹਾਂਗਾ ਕਿ ਅਸੀਂ 1% ਵੀ ਸਪੇਸ ਨੂੰ ਐਕਸਪਲੋਰ ਨਹੀਂ ਕੀਤਾ। ਅਸੀਂ ਜਦੋਂ ਉਹਨੂੰ ਐਕਸਪਲੋਰ ਕਰਾਂਗੇ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਮਿਲਣਗੀਆਂ ਜਿਹੜੀ ਸਾਇੰਸ, ਟੈਕਨੋਲੋਜੀ ਔਰ ਹਿਊਮਨ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹਨ। ਤੇ ਇਸ ਵਾਸਤੇ ਪੂਰੀ ਦੁਨੀਆ ਜਿਨ੍ਹਾਂ ਕੋਲ ਰਿਸੋਰਸਿਸ ਹਨ, ਬਹੁਤ ਰਿਸੋਰਸਿਸ, ਮੈਂ ਜਦੋਂ ਰਿਸੋਰਸਿਸ ਦਾ ਕੰਮ ਨਾ ਲਵਾਂ ਤੇ ਹਿਊਮਨ ਰਿਸੋਰਸ ਵੀ ਇੱਕ ਰਿਸੋਰਸ ਹੈ ਜਿਹੜਾ ਇੰਡੀਆ ਕੋਲ ਬੇਇੰਤਹਾ ਹੈ। ਜਦੋਂ ਟੈਲੈਂਟ ਕਹੀਏ, ਜਿੱਦਾਂ ਕਹਿੰਦੇ ਕਿ ਇੰਡੀਆ 'ਚ ਮੈਨ ਪਾਵਰ, ਚਾਈਨਾ 'ਚ ਮੈਨ ਪਾਵਰ ਬਹੁਤ ਜ਼ਿਆਦਾ ਹੈ, ਕੈਨੇਡਾ ਦੇ ਅੰਦਰ ਮੈਨ ਪਾਵਰ ਘੱਟ ਹੈ। ਟੈਲੈਂਟ ਜਿਹੜਾ ਹੈਗਾ ਉਹਨੂੰ ਰਿਟੇਨ ਕਰਨਾ ਵੀ, ਜਾਂ ਜਿਹੜਾ ਟੈਕਨੋਲੋਜੀ ਨਾਲ ਜੁੜਿਆ ਸ਼ਖਸ ਹੈਗਾ, ਜਿਹੜਾ ਟੈਕਨੋਲੋਜਿਸਟ ਹੈ ਜਾਂ ਸਾਇੰਟਿਸਟ ਹੈ, ਉਹਨੂੰ ਵੱਡਾ ਰਹਿਣਾ ਚਾਹੀਦਾ ਹੁੰਦਾ ਕੰਮ ਕਰਨ ਵਾਸਤੇ। ਕੈਨੇਡਾ ਕੋਲ ਬਿਕੋਜ਼ ਆਫ ਪਾਪੂਲੇਸ਼ਨ ਰਿਸੋਰਸਿਸ ਬਹੁਤ ਹਨ, ਪਰ ਪਾਪੂਲੇਸ਼ਨ ਇਸ ਵਾਸਤੇ ਇੱਥੇ ਸਾਇੰਟਿਸਟ ਨੂੰ ਰਿਟੇਨ ਕਰਨਾ, ਸਸਟੇਨ ਕਰਨਾ ਥੋੜਾ ਜਿਹਾ ਔਖਾ ਲੱਗਦਾ। ਪਰ ਅੱਜ ਗਲੋਬਲ ਪਲੇਟਫਾਰਮ ਤੇ ਸਾਇੰਸ ਟੈਕਨੋਲੋਜੀ 'ਚ ਸਾਇੰਟਿਸਟ ਕਿੱਥੇ ਵੀ ਬੈਠ ਕੇ ਕਿਸੇ ਵੀ ਕੰਟਰੀ ਵਾਸਤੇ ਕੰਮ ਕਰ ਸਕਦੇ। ਲੇਕਿਨ ਸਰਕਾਰਾਂ ਕਿਉਂ ਇੰਨਾ ਇਨਵੈਸਟ ਕਰਦੀਆਂ ਪ੍ਰੋਗਰਾਮਸ 'ਚ? ਦੇਖੋ ਜੀ, ਇੰਨਾ ਇੱਕ ਤਾਂ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਕੋਈ ਵੀ ਇਨਸਾਨ ਸਾਇੰਸ ਟੈਕਨੋਲੋਜੀ 'ਚ ਚਾਹੁੰਦਾ ਹੈ ਕਿ ਮੈਂ ਦੂਜੇ ਤੋਂ +1 ਹੋਵਾਂ।
ਇਹਦੇ ਨਾਲ ਇਹਦਾ ਸਭ ਕੋਲੋਂ ਵੱਡਾ ਰੀਜ਼ਨ ਸਭ ਕੋਲੋਂ ਵੱਡਾ ਕਿ ਤੁਸੀਂ ਅੱਜ ਗਲੋਬਲ ਸਿਨੈਰੀਓ 'ਚ ਇੱਕ ਕੋਈ ਵੀ ਕੰਟਰੀ ਜਾਣੀ ਜਾਂਦੀ ਹੈ ਉਸੀ ਸਾਇੰਸ ਟੈਕਨੋਲੋਜੀ ਦੇ ਹਿਸਾਬ ਨਾਲ। ਅੱਜ ਦੀ ਤਰੀਕ 'ਚ ਅਮਰੀਕਾ 'ਚ ਅਗਰ ਇੰਡਸਟਰੀ ਕੁਛ ਵੀ ਕਰੇ, ਪਰ ਜਦੋਂ ਸਾਇੰਸ ਟੈਕਨੋਲੋਜੀ ਟੈਲੀਕਮਿਊਨੀਕੇਸ਼ਨ ਜਾਂ ਬਾਕੀ ਹਾਈ ਟੈਕ ਦਾ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਸਭ ਕੋਲ ਪਹਿਲੇ ਹੁੰਦਾ ਹੈ, ਕਿਉਂਕਿ ਅਮਰੀਕਾ 'ਚ ਤੁਸੀਂ ਇਹ ਕਹੋ ਕਿ ਸਾਰੇ ਅਮਰੀਕਨਜ਼ ਹੀ ਅਮਰੀਕਾ ਵਿੱਚ ਕੰਮ ਕਰਦੇ ਨੇ, ਪਰ ਅਮਰੀਕਾ ਜਿਹੜੇ ਐਕਸਪਰਟਸ ਹਨ, ਜਿਹਨਾਂ ਲੋਕਾਂ ਨੇ ਬਾਕੀ ਕੰਟਰੀਜ਼ ਤੋਂ ਆ ਕੇ ਅਮਰੀਕਾ 'ਚ ਕੰਮ ਕਰਨ ਸ਼ੁਰੂ ਕੀਤਾ, ਉਹਨਾਂ ਦਾ ਵੀ ਬੜਾ ਵੱਡਾ ਕੰਟਰੀਬਿਊਸ਼ਨ ਹੈ। ਇਸ ਵਿੱਚ ਸਰਕਾਰਾਂ ਦਾ ਬੜਾ ਵੱਡਾ ਇੰਟਰਸਟ ਰਹਿੰਦਾ ਕਿ ਉਹ ਸਾਇੰਸ ਔਰ ਟੈਕਨੋਲੋਜੀ ਨਾਲ ਜੁੜਨ, ਜਿਹਦੇ ਨਾਲ ਗਲੋਬਲ ਜਿਹੜਾ ਟੈਲੈਂਟ ਹੈ ਉਹਨਾਂ ਦੀ ਤਰਫ ਅਟਰੈਕਟ ਹੋਏ। ਸੋ ਮੇਜਰ ਪਲੇਅਰਸ ਕਿਹੜੇ ਹੈ ਸਪੇਸ ਦੇ ਅੰਦਰ? ਦੇਖੋ ਜੀ, ਫਿਰ ਗੱਲ ਤੇ ਨਾਸਾ ਤੋਂ ਸ਼ੁਰੂ ਹੋਏਗੀ ਅਗਰ ਸ਼ੁਰੂ ਕਰਨੀ ਹੈ, ਪਰ ਫਿਰ ਨਾਸਾ ਤੋਂ ਬਾਅਦ ਦੇਖਿਆ ਜਾਏ ਤਾਂ ਚਾਈਨਾ ਦੀ ਸਪੇਸ ਏਜੰਸੀ ਨੇ ਬਹੁਤ ਤਰੱਕੀ ਕੀਤੀ ਹੈ। ਉਸ ਤੋਂ ਬਾਅਦ ਚਾਈਨਾ ਦੀ ਸਪੇਸ ਏਜੰਸੀ ਦਾ ਨਾਮ ਦੱਸ ਦਈਏ, CNSA। ਹਾਂਜੀ, ਸੋ ਉਹ ਹੈਗੀ ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ। ਹਾਂਜੀ, ਤੇ ਜਿਹੜਾ ਇਹਨਾਂ ਦਾ ਕੰਮ ਹੈਗਾ, ਕਿਉਂਕਿ ਉਹਨਾਂ ਦੀ ਇੱਕ ਲੈਂਗੁਏਜ ਬੈਰੀਅਰ ਹੈ, ਕੁਝ ਉਹਨਾਂ ਦੇ ਪ੍ਰੋਟੋਕੋਲ ਬੜੇ ਡਿਫਰੈਂਟ ਹੈਗੇ ਬਿਕਾਜ਼ ਆਫ देयर ਕਮਿਊਨਿਸਟ ਥਾਟ। ਉਹਦੇ ਹਿਸਾਬ ਨਾਲ ਅਗਰ ਦੇਖੀਏ ਤਾਂ ਚਾਈਨਾ ਨੇ ਕਾਫੀ ਤਰੱਕੀ ਕੀਤੀ ਹੈ, ਪਰ ਅਨਐਕਸਪੋਜ਼ਡ ਹੈ। ਉਹਨਾਂ ਨੇ ਬੜੇ ਅੰਡਰ ਕਵਰ ਲੈਵਲ ਦੇ ਉੱਤੇ ਸੋ ਚਾਈਨਾ ਇੱਕ ਹੋ ਗਿਆ, ਨਾਸਾ ਦੂਜਾ ਹੋ ਗਿਆ, ਰਸ਼ੀਆ ਨੇ ਰਸ਼ੀਆ ਇਨਫੈਕਟ ਸਭ ਕੋਲ ਪਹਿਲਾਂ ਸੀ ਸਪੇਸ 'ਚ ਜਾਣ ਵਾਲਾ ਸਪੁਤਨਿਕ। ਉਸ ਤੋਂ ਬਾਅਦ ਯੂਰੀ ਗਾਗਰਿਨ ਗਏ, ਉਹਨਾਂ ਦੇ ਪਹਿਲੇ ਐਸਟਰੋਨੌਟ ਸੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਐਨੀਮਲ ਨੂੰ ਭੇਜਿਆ ਲਾਈਕਾ ਕਰਕੇ, ਹਾਂ ਰਸ਼ੀਆ ਨੇ, ਕਿਉਂਕਿ ਫਿਜ਼ੀਕਲ ਬਾਡੀ ਜਾਂ ਕਿਸੇ ਵੀ ਹਿਊਮਨ ਬਾਡੀ ਨੂੰ ਜਾਂ ਲਾਈਵ ਚੀਜ਼ ਨੂੰ ਐਕਸਪੋਜ਼ ਕਰਨ ਤੋਂ ਪਹਿਲੇ ਉਹਨਾਂ ਨੇ ਰਿਸਕ ਨਹੀਂ ਲਿਆ। ਉਹਨਾਂ ਨੇ ਇੱਕ ਐਨੀਮਲ ਦੇ ਉੱਤੇ ਉਹਨਾਂ ਦੇ ਐਕਸਪੈਰੀਮੈਂਟ ਕੀਤੇ, ਜਿਹੜੇ ਕਾਫੀ ਹੱਦ ਤੱਕ ਸਕਸੈਸਫੁਲ ਰਹੇ। ਉਹ ਮੇਰੇ ਖਿਆਲ ਉਹ ਐਕਸਪੈਰੀਮੈਂਟ ਨੇ ਸਾਨੂੰ ਬਹੁਤ ਕੰਟਰੀਬਿਊਟ ਕੀਤਾ ਜਿਸ ਵੇਲੇ ਬਾਕੀ ਐਸਟਰੋਨੌਟਸ ਮੂਨ ਤੇ ਗਏ। ਜਦੋਂ ਅਪੋਲੋ ਸੀਰੀਜ਼ ਸ਼ੁਰੂ ਹੋਈ, ਨਾਸਾ ਨੇ ਸ਼ੁਰੂ ਕੀਤੀ, ਤੇ ਉਹਨਾਂ ਦਾ ਬੜਾ ਵੱਡਾ ਇੱਕ ਕੰਟਰੀਬਿਊਸ਼ਨ ਰਿਹਾ। ਤੇ ਉਸ ਤੋਂ ਬਾਅਦ ਆਫ ਕੋਰਸ 4 ਨੰਬਰ ਤੇ ਇੰਡੀਆ ਆਉਂਦਾ ਹੈ। ਇੰਡੀਆ ਪੂਰੇ ਗਲੋਬ ਵਿੱਚ ਹਰ ਜਗ੍ਹਾ ਹੀ, ਜਿਹਨੂੰ ਅਸੀਂ ਹਮੇਸ਼ਾ ਕਹੀਦਾ ਕਿ ਸਾਡੇ ਇੱਥੇ ਇੱਕ ਜੁਗਾੜ ਟੈਕਨੋਲੋਜੀ ਬੜੀ ਮਸ਼ਹੂਰ ਹੁੰਦੀ ਹੈ, ਪਰ ਉਹਦੇ ਨਾਲ ਨਾਲ ਸਾਡੇ ਸਾਇੰਸ ਟੈਕਨੋਲੋਜੀ ਬਹੁਤ ਹਾਈ ਲੈਵਲ ਦੀ ਹੈ। ਇਸ ਮਤਲਬ ਆ ਚਾਰੋਂ ਜਿਹੜੇ ਟੌਪ ਪਲੇਅਰਸ ਹੈਗੇ ਆ ਸਪੇਸ ਦੇ ਅੰਦਰ, ਰਸ਼ੀਆ, ਚਾਈਨਾ, US ਐਂਡ ਇੰਡੀਆ, ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਾਸਟ ਇਫੈਕਟਿਵ ਹੈ ਉਹ ਇੰਡੀਆ ਲਾਂਚ ਕਰਦਾ ਆਪਣੇ ਪਲੇਟਫਾਰਮ। ਨੈਚੁਰਲੀ ਸਾਡਾ ਜਿਹੜਾ ਸਾਇੰਸ ਔਰ ਟੈਕਨੋਲੋਜੀ ਦਾ ਰਿਸੋਰਸ ਪੂਲ ਹੈਗਾ, ਜਿਹੜਾ ਸਾਡੇ ਕੋਲ ਜਿਸ ਤਰ੍ਹਾਂ ਦੇ ਸਾਇੰਟਿਸਟ ਹੈ, ਜਿਸ ਤਰ੍ਹਾਂ ਸਾਡੀ ਐਜੂਕੇਸ਼ਨ ਹੈਗੀ ਹੈ, ਸਾਡੇ ਕੋਲੋਂ ਜ਼ਿਆਦਾ ਸਸਤੇ ਨਹੀਂ ਹੋ ਸਕਦੇ। ਤੁਸੀਂ ਦੇਖੋ ਜੀ, ਇਸਰੋ ਦਾ ਜਿਹੜਾ ਚੀਫ ਹੈਗਾ, ਉਹਦੀ ਸੈਲਰੀ ਅਗਰ ਇੰਡੀਅਨ ਔਰ US ਡਾਲਰ ਦੇ ਹਿਸਾਬ ਦੇਖੀਏ ਜੀ, ਮੇਰੇ ਖਿਆਲ $40,000 ਹੋਣੀ ਹੈ। ਔਰ ਨਾਸਾ ਜਿਹੜਾ ਐਂਟਰ ਕਰਦਾ ਸਾਇੰਟਿਸਟ, ਉਹ $80-85,000 ਤੇ ਐਂਟਰ ਕਰਦਾ। ਤੁਸੀਂ ਅੰਦਾਜ਼ਾ ਲਗਾ ਲਓ ਕਿ ਸਾਡਾ ਜਿਹੜਾ ਚੇਅਰਮੈਨ ਹੈ ਇਸਰੋ ਦਾ, ਉਹਦੀ ਔਰ ਸਾਡੀ ਕਾਸਟ ਇਫੈਕਟਿਵਨੈਸ ਕਿੰਨੀ ਜ਼ਿਆਦਾ ਵੇ। ਪਰ ਉਹਦੇ ਨਾਲ ਸਭ ਕੋਲ ਵੱਡੀ ਗੱਲ ਹੈਗੀ ਹੈ ਕਿ ਨਾਸਾ ਟਾਪ ਜਿਹੜੇ MITs ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਜਾਂ ਇਸ ਤਰ੍ਹਾਂ ਦੀ ਲੀਗ, ਆਈਵੀ ਲੀਗ ਯੂਨੀਵਰਸਿਟੀਜ਼, ਉੱਥੋਂ ਪੂਲ ਟੈਂਕ, ਉੱਥੋਂ ਉਸ ਪੂਲ ਤੋਂ ਆਪਣੇ ਰਿਸੋਰਸਿਸ ਲੈਂਦਾ। ਪਰ ਅਸੀਂ ਐਵਰੇਜ ਤੁਸੀਂ ਦੇਖੋ ਕਿ ਸਾਡੇ IITs ਪੂਰੀ ਦੁਨੀਆ 'ਚ ਮਸ਼ਹੂਰ ਹੈ, ਪਰ ਇਹਦੇ ਬਾਵਜੂਦ ਵੀ ਤੁਸੀਂ ਇਸਰੋ 'ਚ ਦੇਖੋਗੇ ਕਿ ਗਿਣੇ ਚੁਣੇ IITians ਹੈਗੇ। ਬਾਕੀ ਐਵਰੇਜ ਯੂਨੀਵਰਸਿਟੀਜ਼ ਤੋਂ ਉੱਤੇ ਜਿਨ੍ਹਾਂ ਨਾਲ ਸਾਇੰਸ ਵਿੱਚ ਪੈਸ਼ਨ ਹੈ, ਇੰਟਰਸਟ ਹੈ, ਉਹ ਇਸਰੋ ਨਾਲ ਜੁੜੇ ਨੇ ਔਰ ਬੜੇ ਸਕਸੈਸਫੁਲ ਹੈ। ਠੀਕ ਹੈ। ਸੋ ਤੁਸੀਂ ਦੱਸਿਆ ਕਿ ਰਸ਼ੀਆ ਦੀ ਸਪੇਸ ਏਜੰਸੀ ਦਾ ਨਾਮ ਰੋਸਕਾਸਮੋਸ ਹੈ। ਸੋ ਅਚੀਵਮੈਂਟ ਵੀ ਤੁਸੀਂ ਦੱਸਿਆ, ਹੁਣ ਮੇਜਰ ਪਲੇਅਰ ਦੱਸਦੇ ਹੈ ਅਚੀਵਮੈਂਟਸ ਕਿਹੜੀਆਂ ਹਾਲੇ ਤੱਕ ਸਪੇਸ 'ਚ, ਕਿਹੜੀ ਕੰਟਰੀ ਦੀ ਕੀ ਅਚੀਵਮੈਂਟ ਰਹੀ ਹੈ? ਦੇਖੋ ਜੀ, ਅਚੀਵਮੈਂਟ ਦੀ ਗੱਲ ਦੇਖੀਏ ਤਾਂ ਅਚੀਵਮੈਂਟ ਤਾਂ ਮੈਂ ਐਸ ਕਹਾਂਗਾ, ਜਿਸ ਵੇਲੇ ਤੋਂ ਰਿਸਰਚ ਐਂਡ ਡਿਵੈਲਪਮੈਂਟ ਦੇਖੀਏ ਤਾਂ ਮੈਂ ਬਹੁਤ ਜ਼ਿਆਦਾ ਦੇਖਣੀ ਹੈ। ਜਿਹੜਾ ਜੋ ਸਿੰਪਲ ਟੈਕਨੋਲੋਜੀ ਤੁਸੀਂ ਦੇਖੋ, ਤੁਹਾਡੇ ਕੋਲ ਕੈਲਕੂਲੇਟਰ ਹੈ, ਇਹ ਕੈਲਕੂਲੇਟਰ ਉਸ ਕੰਪਨੀ ਨੇ ਡਿਵੈਲਪ ਕੀਤਾ ਨਾਸਾ 'ਚ, ਜਾਂ ਉਸ ਟੀਮ ਨੇ ਡਿਵੈਲਪ ਕੀਤਾ, ਜਿਨ੍ਹਾਂ ਨੂੰ ਕੈਲਕੂਲੇਟਰ ਦੇ ਬਾਰੇ 'ਚ ਜਿਹੜਾ ਉਹਨਾਂ ਦਾ ਕੰਜ਼ਿਊਮਰ ਵਾਸਤੇ ਇੱਕ ਆਸਪੈਕਟ ਸੀ, ਜਿਹੜਾ ਅੱਜ ਅਸੀਂ ਗਲੋਬ ਵਿੱਚ ਕੈਲਕੂਲੇਟਰ ਬਗੈਰ ਚੱਲ ਨਹੀਂ ਸਕਦੇ। ਇਹ ਉੱਥੋਂ ਦੇਣ ਹੋਈ। ਕੈਲਕੂਲੇਟਰ ਹੋਇਆ, ਤੁਹਾਡੇ ਕੋਲ ਜਿਹੜੀਆਂ ਵਾਟਰ ਪਿਊਰੀਫਿਕੇਸ਼ਨ ਦੇ ਪ੍ਰੋਸੈਸਿਸ ਡਿਵੈਲਪ ਹੋਏ, ਤੁਹਾਨੂੰ ਨਵੇਂ ਮਿਨਰਲਸ ਮੈਟਲ ਜਿਹੜੇ ਡਿਵੈਲਪ ਹੋਏ, ਜਿਹੜੇ ਹਾਈ ਟੈਂਪਰੇਚਰ ਜਾਂ ਲੋ ਟੈਂਪਰੇਚਰ ਦੇ ਉੱਤੇ ਪਰਫਾਰਮ ਕਰ ਸਕਦੇ ਹਨ ਜਾਂ ਡਿਫਾਰਮ ਨਾ ਹੋਣ। ਇਹ ਸਭ ਚੀਜ਼ਾਂ ਜਿਹੜੀਆਂ ਜੁੜੀਆਂ ਸਾਇੰਸ ਦੇ ਨਾਲ, ਟੈਕਨੋਲੋਜੀ ਦੇ ਨਾਲ। ਹਿਊਮਨ ਫੂਡ ਤੁਸੀਂ ਲੈ ਲਓ, ਕਈ ਤਰ੍ਹਾਂ ਦੇ ਫੂਡ ਹੈਗੇ ਜਿਹੜੇ ਤੁਸੀਂ ਮੈਡੀਸਨ ਜਿਹੜੀਆਂ ਹੈਗੀਆਂ, ਜਿਹੜੀਆਂ ਉੱਥੇ ਡਿਵੈਲਪ ਹੋਈਆਂ, ਉਹ ਨਾਸਾ ਜਾਂ ਇਸ ਤਰ੍ਹਾਂ ਦੀ ਸਪੇਸ ਏਜੰਸੀ ਇਸਰੋ ਨੇ ਵੀ ਬਹੁਤ ਸਾਰਾ ਕੰਮ ਕੀਤਾ। ਬਸ ਤੁਹਾਨੂੰ ਕਮੈਂਡੇਬਲ ਕੰਮ ਗੱਲ ਦੱਸਾਂ ਕਿ ਬਹੁਤ ਵੱਡਾ ਕੰਮ ਇਹਨਾਂ ਨੇ ਕੀਤਾ ਇਸਰੋ ਔਰ ਸਾਡੇ
ਇੰਡੀਆ ਦੀ ਸਪੇਸ ਏਜੰਸੀਜ਼ ਦੇ ਨਾਲ ਜੁੜੇ ਬਾਕੀ ਜਿਹੜੇ ਛੋਟੇ ਕੰਪਨੀਜ਼ ਹੈਗੀਆਂ ਕੋਵਿਡ 'ਚ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਤੇ ਇਸ ਵਾਸਤੇ ਕਿਉਂਕਿ ਉਹਨਾਂ ਕੋਲ ਰਿਸੋਰਸਿਸ ਸੀ, ਉਹਨਾਂ ਨੂੰ ਪਤਾ ਸੀ ਕਿ ਇਹਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਹੈ, ਬੈਕਟੀਰੀਆ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ। ਤੁਸੀਂ ਜਿਸ ਤਰ੍ਹਾਂ ਜ਼ੀਰੋ ਬੈਕਟੀਰੀਆ ਲੈਵਲ ਦੇ ਉੱਤੇ ਕਈ ਵਾਰੀ ਅਸੀਂ ਫਾਰਮਾਸਿਊਟੀਕਲ ਇੰਡਸਟਰੀਜ਼ ਦੇਖਦੇ ਹਾਂ ਕਿ ਉਹਨਾਂ ਨੂੰ ਚਾਹੀਦਾ ਕਿ ਜਿਹੜੀਆਂ ਦਵਾਈਆਂ ਬਣਦੀਆਂ ਨੇ ਉਹ ਇਸ ਤਰ੍ਹਾਂ ਦੇ এনवायरमेंट 'ਚ ਬਣਨ ਜਿੱਥੇ ਕੋਈ ਕੰਟੈਮੀਨੇਸ਼ਨ ਨਾ ਹੋਏ। ਠੀਕ ਹੈ ਐਂਡੀ ਜੀ, ਸਾਨੂੰ ਅਗਰ ਚੰਦਰਯਾਨ 3 ਜਿਹੜਾ ਪ੍ਰੋਜੈਕਟ ਹੈ, ਚੰਦਰਯਾਨ 2 2019 ਚ ਲਾਂਚ ਕੀਤਾ ਸੀਗਾ, ਫੇਲ ਮਿਸ਼ਨ ਸੀਗਾ ਉਹ, ਸੋ ਉਹਦੇ ਬਾਅਦ ਚੰਦਰਯਾਨ 3 ਹੁਣ ਮੂਨ ਤੇ ਲੈਂਡ ਕੀਤਾ। ਅਸੀਂ ਇਹ ਵੀ ਦੱਸ ਦਈਏ ਇੱਥੇ ਆਪਣੇ ਦੇਖਣ ਵਾਲਿਆਂ ਨੂੰ ਕਿ ਅਮਰੀਕਾ ਹੀ ਇੱਦਾਂ ਦੀ ਕੰਟਰੀ ਹੈ ਜਿਨ੍ਹਾਂ ਨੇ ਹਿਊਮਨ ਮੂਨ ਤੇ ਲੈਂਡ ਕੀਤਾ ਹੈ। ਉਹਦੇ ਇਲਾਵਾ ਇੰਡੀਆ, ਚਾਈਨਾ, ਰਸ਼ੀਆ ਇਹਨਾਂ ਨੇ ਰੋਬੋਟਸ ਭੇਜੇ ਆ। ਅਮਰੀਕਾ ਨੇ ਰੋਬੋਟਸ ਵੀ ਭੇਜੇ ਔਰ ਮੂਨ ਤੇ ਲੈਂਡ ਕਰਨ ਲਈ ਜਿਹੜਾ ਹਿਊਮਨ ਹੈ ਉਹ ਅਮਰੀਕਾ ਹੀ ਇਕੱਲਾ ਕੰਟਰੀ ਹੈ। ਸੋ ਸਾਨੂੰ ਅਗਰ ਚੰਦਰਯਾਨ ਦੇ ਪ੍ਰੋਜੈਕਟ ਦੇ ਬਾਰੇ ਦੱਸੋ ਤੁਸੀਂ। ਚੰਦਰਯਾਨ ਇੱਕ ਸੀਰੀਜ਼ ਵਿੱਚੋਂ ਇੱਕ ਕਨਸੈਪਟ ਹੈ। ਚੰਦਰਯਾਨ 3 ਹੁਣ ਕਲਮੀਨੇਟ ਹੋਇਆ। ਇਸ ਤੋਂ ਬਾਅਦ ਮਾਰਸ ਜਿਹੜਾ ਹੈਗਾ ਉਹਦੇ ਤੇ ਜਿਹੜੇ ਵਹੀਕਲ ਜਾਂ ਲਾਂਚ ਜਾਂ ਸਪੇਸ ਕ੍ਰਾਫਟ ਜਾਣ ਦੀ ਤਿਆਰੀ ਚੱਲ ਰਹੀ ਹੈ। ਹੁਣ ਇਹਨਾਂ ਨੇ ਆਦਿਤਯ ਕਰਕੇ ਇੱਕ ਨਵਾਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਿਹੜਾ ਸਨ ਨੂੰ, ਸੂਰਜ ਨੂੰ ਕਵਰ ਕਰੇਗਾ। ਬਸ ਸੂਰਜ ਤੱਕ ਨਹੀਂ ਜਾ ਸਕਦੇ, ਪਰ ਤੁਸੀਂ ਜਿੰਨੀ ਨਜ਼ਦੀਕ ਜਾ ਕੇ ਉਹਦੇ ਰੇਡੀਏਸ਼ਨਸ, ਉਹਦੇ ਵਲਕੈਨੋਜ਼ ਜਾਂ ਜੋ ਵੀ ਉਹਨਾਂ ਦੀ ਐਕਟੀਵਿਟੀ ਉਹਨੂੰ ਕੰਟਰੋਲ ਕਰੋਗੇ। ਸਭ ਕੋਲੋਂ ਵੱਡੀ ਜਿਹੜੀ ਦੇਣ ਰਹੀ ਇਹਨਾਂ ਦੀ ਉਹ ਰਹੀ ਹੈ ਸੈਟੇਲਾਈਟ ਲਾਂਚਸ। ਜਿਹੜੇ ਸੈਟੇਲਾਈਟ ਲਾਂਚ ਹੋਏ ਨੇ ਉਹਨਾਂ ਨੇ ਹਿਊਮਨ ਲਾਈਫ ਨੂੰ ਬਹੁਤ ਵੱਡੇ ਲੈਵਲ ਤੱਕ ਇਨਫਲੂਐਂਸ ਕੀਤਾ ਹੈ। ਚਾਹੇ ਉਹ ਸੈਟੇਲਾਈਟ ਤੋਂ ਕਮਿਊਨੀਕੇਸ਼ਨ ਲੈ ਲਓ, ਸਾਡਾ ਹੁਣ ਜਿਹੜਾ ਸੈੱਲ ਫੋਨ ਚੱਲਦਾ ਹੈ ਜਾਂ ਵਾਈਫਾਈ ਹੈ, ਜਾਂ ਉਸ ਤੋਂ ਬਾਅਦ ਤੁਹਾਡੇ ਜਿਹੜੇ ਵੈਦਰ ਸੈਟੇਲਾਈਟ ਹੈਗੇ ਜਿਨ੍ਹਾਂ ਨੇ ਤੁਹਾਨੂੰ ਰੋਜ਼ ਦੱਸਣਾ ਕਿ ਹਾਊ ਯੂ ਗੋਇੰ ਟੂ ਹੈਵ ਦਾ ਵੈਦਰ ਫॉर द ਨੈਕਸਟ 24 ਆਵਰਸ। ਤੁਸੀਂ ਸਾਨੂੰ ਅਗਰ ਚੰਦਰਯਾਨ ਪ੍ਰੋਜੈਕਟ ਦੇ ਬਾਰੇ ਅਗਰ ਥੋੜਾ ਜਿਹਾ ਚਾਨਣਾ ਪਾ ਦਿਓ ਕਿ ਅੱਜ ਜਿਹੜਾ ਲੈਂਡ ਕੀਤਾ ਮੂਨ ਤੇ, ਵਟ ਨੈਕਸਟ, ਹਲੇ ਤੱਕ ਕੀ ਉੱਥੋਂ ਰਿਕਵਰੀ ਹੋਈ ਹੈ? ਚੰਦਰਯਾਨ ਨੇ ਲੈਂਡ ਕਰਨ ਤੋਂ ਬਾਅਦ ਜਿਹੜਾ ਰੋਵਰ ਜਿਹੜਾ ਉਹਨਾਂ ਦਾ ਹੈਗਾ ਉਹਨੇ 20, 50, 100 ਕਿਲੋਮੀਟਰ ਡਿਪੈਂਡਿੰਗ ਅਪਨ ਕਿਸ ਤਰ੍ਹਾਂ ਦੀ ਰਿਸਰਚ ਪੈਨ ਆਊਟ ਹੁੰਦੀ ਹੈ, ਉਹਨੇ ਟਰੈਵਲ ਕਰਨਾ ਹੈ। ਉਹਨਾਂ ਨੂੰ ਸੈਂਪਲਿੰਗ ਵੀ ਲੈਣੀ ਹੈ। ਉਹ ਸੈਂਪਲਿੰਗ ਲੈਣ ਤੋਂ ਬਾਅਦ ਸਾਰੇ ਪ੍ਰੋਸੈਸ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਸੈਂਪਲ ਲੈ ਕੇ ਉਹਨੂੰ ਐਨਾਲਾਈਜ਼ ਕਿੱਥੇ ਕਰੋਗੇ। ਜਾਂ ਤਾਂ ਤੁਸੀਂ ਉਹਨੂੰ ਆਲ ਦਾ ਵੇ ਅਰਥ ਲਿਆਓਗੇ ਜਾਂ ਇਹਨਾਂ ਕੋਲ ਕੁਝ ਖਾਸ ਕਿਸਮ ਦੇ ਜਿਸ ਤਰ੍ਹਾਂ ਅਲਟਰਾਸਾਊਂਡ ਹੈ, ਕੈਮਰੇਸ ਹੁੰਦੇ ਆ, ਪਿਕਚਰਸ ਇਮੇजेस ਲੈ ਕੇ ਉਹ ਅਰਥ ਤੇ ਭੇਜ ਦਿੰਦੇ। ਅਲਟਰਾਸਾਊਂਡ ਜਿਹੜਾ ਹੈਗਾ ਉਹ ਵੀ ਸਪੇਸ ਸਾਇੰਸ ਦੀ ਦੇਣ ਹੈ। ਠੀਕ ਹੈ, ਜਿਹੜਾ ਅਸੀਂ ਅਲਟਰਾਸਾਊਂਡ ਹੈ, MRI ਜਿਹਨੂੰ ਵੀ ਅਸੀਂ ਮੈਡੀਕਲ ਸਾਇੰਸ ਕਹਿੰਦੇ ਆ, ਇਹ ਵੀ ਸਾਨੂੰ ਸਪੇਸ ਏਜੰਸੀ ਦੀ ਦੇਣ ਹੈ। ਉਹ ਫਿਰ ਉੱਥੇ ਉਹਦੇ ਐਕਸਪੈਰੀਮੈਂਟ ਇਹਨੂੰ ਐਨਾਲਿਸਿਸ ਰਿਪੋਰਟ ਭੇਜਣਗੇ। ਹੁਣ ਜਿਸ ਤਰ੍ਹਾਂ 2-3 ਦਿਨ ਪਹਿਲੇ ਪਤਾ ਚੱਲਿਆ ਕਿ ਦੇ ਹੈਵ ਫਾਊਂਡ ਸਲਫਰ ਮੂਨ ਤੇ ਮਿਲ ਗਿਆ ਚੰਦਰਯਾਨ ਨੂੰ। ਚੰਦਰਯਾਨ ਨੂੰ ਮਿਲ ਗਿਆ। ਚੰਦਰਯਾਨ ਨੂੰ ਬਹੁਤ ਹਾਈ ਲੈਵਲ ਦੇ ਉੱਤੇ ਆਈਸ ਕ੍ਰਿਸਟਲਸ ਮਿਲ ਗਏ। ਆਈਸ ਕ੍ਰਿਸਟਲ ਦੇ ਪੈਚਸ ਮਿਲ ਗਏ। ਉਹ ਵੱਡੇ ਲੈਵਲ ਤੇ ਅਗਰ ਆਈਸ ਮਿਲ ਜਾਂਦੀ ਹੈ ਤੇ ਆਈਸ ਦਾ ਮਤਲਬ ਸਿੱਧਾ ਦੱਸਦਾ ਕਿ ਤੁਸੀਂ ਉਹਨੂੰ ਉਹਦੇ ਤੋਂ ਵਾਟਰ ਰਿਟਰੀਵ ਕਰ ਸਕਦੇ ਹੋ। ਅਗਰ ਤੁਹਾਨੂੰ ਵਾਟਰ ਮਿਲ ਜਾਂਦਾ ਹੈ ਤਾਂ ਤੁਸੀਂ ਉਹਨੂੰ ਡਿਸਇੰਟੀਗ੍ਰੇਟ ਕਰਕੇ ਆਕਸੀਜਨ ਔਰ ਹਾਈਡਰੋਜਨ ਕਰ ਸਕਦੇ ਹੋ। ਆਕਸੀਜਨ ਸਰਵਾਈਵਲ ਵਾਸਤੇ ਜ਼ਰੂਰੀ ਹੈਗੀ ਹੈ, ਹਾਈਡਰੋਜਨ ਤੁਹਾਨੂੰ ਫਿਊਲ ਵਾਸਤੇ ਜ਼ਰੂਰੀ ਹੈ। ਤੇ ਇੱਕ ਬੜਾ ਖਾਸ ਕਿਸਮ ਦਾ ਈਕੋਸਿਸਟਮ ਉੱਥੇ ਡਿਵੈਲਪ ਹੋ ਸਕਦਾ ਹੈ ਇਹ ਚੰਦਰਯਾਨ ਦੀ ਰਿਸਰਚ ਤੋਂ ਬਾਅਦ। ਪੂਰੀ ਦੁਨੀਆ ਇਸ ਵਕਤ ਚੰਦਰਯਾਨ ਦੀ ਰਿਸਰਚ ਦੇ ਉੱਤੇ ਨਜ਼ਰ ਲਗਾਏ ਬੈਠੀ ਹੈ। ਕਹਿਣਾ ਬਿਲਕੁਲ ਵਾਜਿਬ ਹੈ ਕਿ ਤੁਸੀਂ ਇਸ ਵਕਤ ਚੰਦਰਯਾਨ ਦੇ ਨਾਲ ਬਾਕੀ ਏਜੰਸੀਆਂ ਵੀ ਜੁੜੀਆਂ। ਠੀਕ ਹੈ, ਕਿਉਂਕਿ ਕੱਲੀ ਇਸਰੋ ਨਹੀਂ ਹੈ। ਨਹੀਂ, ਇਸਰੋ ਨਹੀਂ ਹੈਗਾ ਜੀ। ਇਹਦੇ ਨਾਲ ਨਾਸਾ ਵੀ ਹੈ, ਇਸ ਨਾਲ ਚਾਈਨਾ ਦਾ ਵੀ ਹੈਗਾ, ਇਹਦੇ ਨਾਲ ਕੋਰੀਆ ਦੀ, ਜਾਪਾਨ, ਸਾਰੀ ਕੰਟਰੀਜ਼ ਜੁੜੀਆਂ ਨੇ ਆਪਣੀ ਸਪੈਸ਼ਲਿਟੀ ਦੇ ਨਾਲ, ਕਿਉਂਕਿ ਉਹ ਸਕਸੈਸ ਸਟੋਰੀ ਦੇ ਨਾਲ ਜੁੜਨਾ ਚਾਹੁੰਦੇ ਨੇ। ਸੋ ਤੁਹਾਡਾ ਮਤਲਬ ਕਿ ਵਰਲਡ ਦਾ ਇੰਟੀਗ੍ਰੇਟਿਡ ਸਿਸਟਮ ਹੈ ਸਪੇਸ ਦਾ। ਇੱਕ ਏਜੰਸੀ ਕੋਈ ਕੰਮ ਕਰਦੀ ਉਹਦੇ ਨਾਲ ਦੁਨੀਆ ਦੀ ਬਾਕੀ ਏਜੰਸੀਜ਼ ਦਾ ਵੀ ਕੋਈ ਨਾ ਕੋਈ ਕੰਟਰੀਬਿਊਸ਼ਨ ਹੁੰਦਾ। ਬੜਾ ਲਾਜ਼ਮੀ ਹੈ ਜੀ, ਇਹ ਸਾਇੰਸ ਦਾ ਪੈਸ਼ਨ ਹੈ। ਠੀਕ ਹੈ, ਜਿਸ ਵੇਲੇ ਸਾਇੰਸ ਦੀ ਰਿਸਰਚ ਹੁੰਦੀ ਹੈ, ਹੁਣ ਜਿਹੜੇ ਲੋਕ PhD ਕਰਦੇ ਨੇ, ਜਿਹੜੇ ਲੋਕ ਰਿਸਰਚ ਕਰਦੇ ਨੇ, ਉਹ ਅੱਜ ਕੱਲ੍ਹ ਗਲੋਬਲ ਪਲੇਟਫਾਰਮ ਦੇ ਉੱਤੇ ਇੱਕ ਦੂਜੇ ਰਿਸਰਚਰਸ ਦੇ ਨਾਲ ਕਮਿਊਨੀਕੇਟ ਕਰਦੇ ਰਹਿੰਦੇ ਨੇ ਕਿ ਦੋ ਅਲੱਗ-ਅਲੱਗ ਜ਼ੋਨਸ ਵਿੱਚ ਵਰਲਡ ਵਿੱਚ ਹੋ ਰਹੀਆਂ ਤੇ ਇੱਕੋ ਤਰੀਕੇ ਨਾਲ ਹੋਣ ਜਾਂ ਇੰਟੀਗ੍ਰੇਟ ਹੋਣ। ਠੀਕ ਹੈ ਐਂਡੀ ਜੀ, ਤੁਸੀਂ ਕਿਹਾ ਕਿ ਸਲਫਰ ਦੀ ਜਿਹੜੀ ਖੋਜ ਹੈ ਉਹ ਚੰਦਰਯਾਨ ਨੇ ਲੱਭ ਲਿਆ ਹੈ। ਹੁਣ ਇੰਡੀਆ ਨੂੰ ਉਹਦਾ ਕੀ ਫਾਇਦਾ ਹੋ ਸਕਦਾ ਹੈ ਔਰ ਸਲਫਰ ਕਿਹੜੇ ਕੰਮ ਆਉਂਦਾ? ਦੇਖੋ, ਸਲਫਰ ਪਹਿਲੀ ਸਭ ਕੋਲ ਕਿ ਸਲਫਰ ਦਾ ਸਭ ਕੋਲੋਂ ਜਿਹੜਾ એનર્ਜੀ ਰਿਸੋਰਸ ਹੈ, ਇੱਕ ਸਲਫਰ ਇੱਕ ਬੜਾ ਕੋਰ ਐਲੀਮੈਂਟ ਹੈਗਾ ਸਾਡੇ ਪੀਰੀਓਡਿਕਲ ਟੇਬਲ ਵਿੱਚ। ਉਹਦੇ ਨਾਲ ਜਿਹੜਾ ਸਲਫਰ ਹੈਗਾ ਨਾ, ਉਹ ਤੁਹਾਨੂੰ એનર્ਜੀ 'ਚ ਵੀ, ਟ੍ਰੀਟਮੈਂਟ ਵਿੱਚ ਵੀ, ਮੈਡੀਕਲ ਸਾਇੰਸ ਵਿੱਚ ਵੀ, ਸਭ ਕੁਝ।
ਕਹਿਣ ਦਾ ਮਤਲਬ ਹੈ ਕਿ ਜਿਹੜੀ ਚੀਜ਼ ਸਾਨੂੰ ਉੱਥੇ ਹੋ ਸਕਦਾ ਕਿ ਸਾਨੂੰ ਇਨ ਡਿਊ ਕੋਰਸ ਆਫ ਟਾਈਮ ਕੋਈ ਜੋ ਮੈਟਲਸ ਜਾਂ ਮਿਨਰਲਸ ਮਿਲਣ ਜਿਹੜੇ ਅਸੀਂ ਕਦੀ ਅਰਥ ਤੇ ਦੇਖੇ ਵੀ ਨਹੀਂ। ਠੀਕ ਹੈ। ਉਹਨਾਂ ਦੀ ਕੀ ਯੂਟਿਲਾਈਜੇਸ਼ਨ ਹੋਏਗੀ, ਉਹਨਾਂ ਦੀ ਯੂਟਿਲਿਟੀ ਕੀ ਹੋਏਗੀ, ਉਹਨਾਂ ਦੀ ਨੌਲੇਜ ਦੇ ਨਾਲ ਬਾਕੀ ਡਿਵੈਲਪਮੈਂਟ ਕੀ ਹੋਣਗੀਆਂ, ਇਹ ਫਿਊਚਰ ਦੱਸੇਗਾ। ਪਰ ਜਿਸ ਵੇਲੇ ਸਲਫਰ ਲੱਭ ਗਿਆ ਤਾਂ ਸਮਝ ਲਓ ਕਿ ਸਲਫਰ ਇੱਕ ਇਹੋ ਜਿਹਾ ਐਲੀਮੈਂਟ ਹੈ ਜਿਹਦੇ ਨਾਲ 5-6 ਐਲੀਮੈਂਟ ਦਾ ਹੋਣਾ ਲਾਜ਼ਮੀ ਹੈ ਉਹਦੇ ਆਸ-ਪਾਸ ਉਹਦੀ ਵੈਸਿਨਿਟੀ ਚ ਹੋਣਗੇ। ਸੋ ਸਲਫਰ, ਹਾਂਜੀ, ਜਿਹੜੇ ਰੌਕ ਦੀ ਉਹਨਾਂ ਨੇ ਐਨਾਲਿਸਿਸ ਕੀਤਾ ਉਹਦੇ ਸਲਫਰ ਮਿਲਿਆ, ਬਾਕੀ ਜਿਹੜੀਆਂ ਚੀਜ਼ਾਂ ਮਿਲੀਆਂ ਉਹ ਵੀ ਐਨਾਲਾਈਜ਼ ਹੋ ਰਹੀਆਂ ਹੋਣੀਆਂ ਅਰਥ ਤੇ ਕਿਸੇ ਨਾ ਕਿਸੇ ਲੈਬ ਵਿੱਚ, ਕਿਉਂਕਿ 50 ਮੇਜਰ ਏਜੰਸੀਜ਼ ਹੈਗੀਆਂ ਨੇ ਇੰਡੀਆ ਵਿੱਚ ਜਿਹੜੀ ਇਸਰੋ ਦੇ ਨਾਲ ਜੁੜੀਆਂ। ਸੋ ਇੰਡੀਆ ਨੇ ਲੈਂਡ ਕੀਤਾ ਸਾਊਥ ਪੋਲ ਤੇ, ਮੂਨ ਦੇ ਸਾਊਥ ਪੋਲ ਤੇ। ਇਸ ਤੋਂ ਪਹਿਲੇ 3 ਹੋਰ ਕੰਟਰੀਜ਼ ਮੂਨ ਤੇ ਲੈਂਡ ਕਰ ਚੁੱਕੀ ਹੈ। ਇੰਡੀਆ ਨੇ ਸਾਊਥ ਪੋਲ ਕਿਉਂ ਚੁਣਿਆ, ਕੀ ਰੀਜ਼ਨ ਸੀ? ਰੀਜ਼ਨ ਇਹ ਸੀ ਕਿ ਸਾਊਥ ਪੋਲ ਤੱਕ ਤਾਂ ਬੜਾ ਡਿਫਿਕਲਟ ਪੈਚ ਸੀ, ਪਹਿਲੀ ਗੱਲ। ਔਰ ਦੂਜਾ ਕੀ ਹੈ ਕਿ ਜਿਹੜੀ ਐਨਾਲਿਸਿਸ ਹੋਇਆ ਉਸ ਤੋਂ ਬਾਅਦ ਨਾਸਾ ਜਾਂ ਬਾਕੀ ਏਜੰਸੀਜ਼ ਨੇ ਸਾਊਥ ਪੋਲ ਤੇ ਉੱਤੇ, ਜਾਂ ਇੰਡੀਆ ਨੇ ਵੀ, ਇਸਰੋ ਨੇ ਵੀ ਸਾਊਥ ਪੋਲ ਤੇ ਉੱਤੇ ਇਹ ਜਿਹੜੇ ਆਈਸ ਦੇ ਪੈਚਿਸ ਜਾਂ ਆਈਸ ਦੀ ਜਿਹੜੀ ਲੇਕ ਜਾਂ ਬੜੇ ਵੱਡੇ ਜਿਹੜਾ ਉਹਨਾਂ ਨੂੰ ਕ੍ਰਿਸਟਲਸ ਦੇਖੇ, ਉਹਨਾਂ ਨੇ ਕੀਤਾ ਤੇ ਉਹਨਾਂ ਦਾ ਇੰਟਰਸਟ ਹੋਰ ਵੱਧ ਗਿਆ। ਠੀਕ ਹੈ। ਕਿ ਅਗਰ ਪਾਣੀ ਹੈਗਾ ਮੂਨ ਦੇ ਉੱਤੇ, ਅਗਰ ਆਈਸ ਕ੍ਰਿਸਟਲ ਹੈਗਾ, ਪਾਣੀ ਹੈਗਾ ਤੇ ਫਿਰ ਬਾਕੀ ਲੈਵਲ, ਨੈਕਸਟ ਲੈਵਲ ਦਾ ਮਿਨਰਲਸ ਵੀ ਹੋ ਸਕਦੇ ਆ। ਸਰਵਾਈਵਲ ਜਿਹੜਾ ਇੱਕ ਹਿਊਮਨ ਬੀਇੰਗ ਦਾ, ਮੈਂ ਸਿਰਫ ਇਨਸਾਨ ਦੀ ਗੱਲ ਨਹੀਂ ਕਰ ਰਿਹਾ, ਅਗਰ ਹਿਊਮਨ ਬੀਇੰਗ ਦਾ ਸਰਵਾਈਵਲ ਉੱਥੇ ਜ਼ਰੂਰੀ ਹੈ ਤੇ ਇਸ ਵਾਸਤੇ ਉਹ ਇੱਕ ਐਲੀਮੈਂਟ ਦੇ ਮਿਲਣ ਦੇ ਨਾਲ ਉਹਦੇ ਚਾਂਸਸ ਬੜੇ ਵੱਧ ਸਕਦੇ ਹਨ। ਔਰ ਦੂਜਾ ਗੱਲ ਜਿਹੜਾ ਹੁਣ ਅੱਜ ਕੱਲ੍ਹ ਬੜਾ ਪਪੂਲਰ ਹੋ ਰਿਹਾ ਮੂਨ ਟੂਰਿਜ਼ਮ ਔਰ ਸਪੇਸ ਟੂਰਿਜ਼ਮ, ਉਹਦੇ ਵਾਸਤੇ ਹੀ ਬੜਾ ਜ਼ਰੂਰੀ ਹੈ ਕਿ ਤੁਸੀਂ ਉੱਥੇ ਜਾਓਗੇ ਤਾਂ ਹੋ ਸਕਦਾ ਹੈ ਕਿ ਮੂਨ ਦੇ ਸਾਊਥ ਪੋਲ ਦੇ ਤੁਹਾਨੂੰ ਉੱਤੇ ਇੱਕ ਅੱਛਾ ਕੈਫੇ ਮਿਲੇ ਜਿੱਥੇ ਜਾ ਕੇ ਤੁਸੀਂ ਪਾਣੀ ਪੀ ਸਕਦੇ ਹੋ। ਚਲੋ ਤੇ ਅਸੀਂ ਗੱਲ ਕਰ ਲਈਏ ਕਿ ਏਲੀਅਨਸ ਦੀ ਵੀ ਇੱਦਾਂ ਦੀ ਵੀ ਕੁਝ ਸੋਸ਼ਲ ਮੀਡੀਆ ਤੇ ਸੁਣਿਆ ਕਿ ਕਾਫੀ ਚੰਦਰਯਾਨ ਨੂੰ ਕਾਫੀ ਡਿਫਰੈਂਟ ਦੀਆਂ ਆਵਾਜ਼ਾਂ ਸੁਣਨ ਨੂੰ ਆ ਰਹੀਆਂ ਤੇ ਏਲੀਅਨਸ ਦੀ ਆਵਾਜ਼ਾਂ ਹੈਗੀਆਂ ਉੱਥੇ। ਸੋ ਏਲੀਅਨਸ ਦੇ ਅਮਰੀਕਾ ਦੇ ਅੰਦਰ ਕਾਫੀ ਜ਼ਿਆਦਾ ਰਿਸਰਚ ਚੱਲਦੀ ਹੈ। ਸੋ ਕੀ ਮੂਨ ਦੇ ਉੱਪਰ ਵੀ ਏਲੀਅਨਸ ਹੋ ਸਕਦੇ? ਦੇਖੋ, ਅਸੀਂ ਬੜਾ ਹੀ ਛੋਟਾ ਜਿਹਾ ਹਿੱਸਾ ਹੈਗੇ ਗਲੈਕਸੀ ਦਾ। ਠੀਕ ਹੈ। ਅਗ ਬ੍ਰਹਮਾਂਡ ਵਿੱਚ ਸਾਡੀ ਪ੍ਰੈਜ਼ੈਂਸ ਨੈਗਲੀਜੀਬਲ ਹੈਗੀ ਹੈ। ਇਹਦਾ ਮਤਲਬ ਹੈ ਕਿ ਬ੍ਰਹਮਾਂਡ ਵਿੱਚ ਬਾਕੀ ਵੀ ਗਲੈਕਸੀਜ਼ ਜਾਂ ਬਾਕੀ ਵੀ ਲਾਈਫ ਕਿਤੇ ਨਾ ਕਿਤੇ ਹੋਣੀ ਹੈ। ਹੋ ਸਕਦਾ ਹੈ ਕਿ ਸਾਨੂੰ ਅਗਰ 5 ਸਾਲ 4 ਸਾਲ ਟਰੈਵਲ ਟਾਈਮ ਲੱਗਦਾ ਜਾਂ 1 ਲਾਈਟ ਈਅਰ ਲੱਗਦਾ ਕਿਤੇ ਪਹੁੰਚਣ ਨੂੰ, ਦੂਜੇ ਹੋ ਸਕਦਾ ਹੈ ਕਿ ਦੂਜੀ ਸਿਵਲਾਈਜੇਸ਼ਨ ਸਾਡੇ ਤੋਂ ਵੀ ਐਡਵਾਂਸ ਹੋਣ। ਬਿਲਕੁਲ। ਉਹਨਾਂ ਨੇ ਏਲੀਅਨਸ ਦਾ ਹੋਣਾ, ਏਲੀਅਨਸ ਦੀ ਵਿਜ਼ਿਟ ਅਰਥ ਦੇ ਉੱਤੇ ਬਹੁਤ ਜਗ੍ਹਾ ਸਰਟੀਫਾਈਡ ਵੀ ਹੋਈ ਹੈ। ਠੀਕ ਹੈ। ਬਹੁਤ ਜਗ੍ਹਾ ਹੋਈ ਹੈ। ਔਰ ਸਾਡੇ ਕੁਝ ਅਗਰ ਤੁਸੀਂ ਆਪਣੇ ਸ਼ਾਸਤਰੀ ਦੇਖ ਲਓ, ਸਾਡੇ ਜਿਹੜੇ ਪੁਰਾਣੇ ਕਥਾ ਹੈਗੀਆਂ ਨੇ, ਉਹਦੇ ਵਿੱਚ ਬਹੁਤ ਸਾਰਾ ਵਿਵਰਣ ਹੈਗਾ। ਅਮਰੀਕਾ 'ਚ ਕੋਰਟ ਕੇਸ ਚੱਲਦੇ ਕਾਫੀ ਏਲੀਅਨਸ ਨੂੰ ਰਿਸਰਚ ਨੂੰ ਲੈ ਕੇ, ਕਿਉਂਕਿ ਰਿਸਰਚ ਵਾਲੀ ਜਗ੍ਹਾ ਜਿਹੜੀਆਂ ਹੈਗੀਆਂ ਜਿੱਥੇ ਉੱਥੇ ਹੀ ਆਣਾ ਕਿਸੇ। ਸੋ ਚੰਦਰਯਾਨ ਨੂੰ ਕੁਝ ਇੱਦਾਂ ਦੀਆਂ ਆਵਾਜ਼ਾਂ ਸੁਣੀਆਂ ਕਿ ਤੁਸੀਂ ਦੇਖੋ, ਸਾਊਂਡ ਇੱਕ ਇੱਕੋ ਚੀਜ਼ ਹੈ, ਸਾਊਂਡ ਇਜ਼ ਪਾਰਟ ਆਫ ਐਨਰਜੀ, ਔਰ ਐਨਰਜੀ ਇੱਕੋ ਚੀਜ਼ ਹੈ ਜਿਹੜੀ ਡਿਸਟਰੋਏ ਨਹੀਂ ਹੁੰਦੀ, ਉਹ ਆਪਣੀ ਫਾਰਮ ਬਦਲ ਲੈਂਦੀ ਹੈ। ਓਕੇ। ਇਸ ਤਰ੍ਹਾਂ ਤੁਸੀਂ ਅਗਰ ਮੂਨ ਤੇ ਜਾਂ ਸਨ ਤੇ ਕੋਈ ਆਵਾਜ਼ਾਂ ਸੁਣਦੇ ਹੋ ਤੇ ਉਹ ਬ੍ਰਹਮਾਂਡ ਵਿੱਚ ਕਿਤੇ ਨਾ ਕਿਤੇ એનર્ਜੀ ਦੀ ਫਾਰਮ ਚੇਂਜ ਕਰਕੇ ਹੈਗੀ ਹੈ। ਉਹਨਾਂ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਹਨਾਂ ਦਾ ਉਹ ਆਵਾਜ਼ ਜਿਹੜੀਆਂ ਹੈਗੀਆਂ ਨੇ ਉਹ ਏਲੀਅਨਸ ਦੀਆਂ ਨੇ, ਕਿ ਕਿਸੇ ਹੋਰ ਵਿਸਫੋਟ ਜਾਂ ਕਿਸੇ ਹੋਰ ਤਰ੍ਹਾਂ ਦੇ ਪ੍ਰੋਸੈਸ ਚੋਂ ਨਿਕਲੀਆਂ। ਐਨਡੀ ਜੀ, ਗੱਲ ਕਰ ਲਈਏ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਵੀ। ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਜੋ ਹੈ ਉਹਦੇ ਤੇ US, ਰਸ਼ੀਆ, ਯੂਰਪ, ਜਾਪਾਨ ਤੇ ਕੈਨੇਡਾ ਵੀ ਉਹਦਾ ਪਾਰਟਨਰ ਹੈ। ਸਪੇਸ ਸਟੇਸ਼ਨ ਜਿਹੜਾ ਸਪੇਸ ਹੈ ਉੱਥੇ ਕੰਟਰੀਜ਼ ਆਉਂਦੀਆਂ ਜਾਂਦੀਆਂ। ਸੋ ਆ 4 ਕੰਟਰੀਜ਼ ਜੋ ਮੈਂ ਦੱਸੀਆਂ, US, ਰਸ਼ੀਆ, ਯੂਰਪ, ਜਾਪਾਨ ਤੇ ਕੈਨੇਡਾ, ਆ ਸਪੇਸ ਸਟੇਸ਼ਨ ਦੇ ਮੈਂਬਰ ਹੈ। ਹੁਣ ਮੈਂ ਗੱਲ ਕਰਾਂ ਕੈਨੇਡੀਅਨ ਸਪੇਸ ਏਜੰਸੀ ਦੀ। ਰਸ਼ੀਅਨ ਸਪੇਸ ਏਜੰਸੀ ਦਾ ਨਾਮ ਰੋਸਕਾਸਮੋਸ ਹੈ। ਆਪਾਂ ਕੈਨੇਡਾ ਦੀ ਸਪੇਸ ਏਜੰਸੀ ਦਾ ਨਾਮ ਬਹੁਤ ਘੱਟ ਸੁਣਿਆ, CSA, ਕੈਨੇਡੀਅਨ ਸਪੇਸ ਏਜੰਸੀ, ਜਿਹਦਾ ਆਫਿਸ ਜਿਹੜਾ ਹੈਡ ਆਫਿਸ ਉਹ ਕਿਊਬੈਕ ਦੇ ਅੰਦਰ ਹੈ। ਸੋ ਮੈਨੂੰ CSA ਦੇ ਬਾਰੇ ਦੱਸੋ, ਕੀ ਕੰਟਰੀਬਿਊਸ਼ਨ ਹੈ ਕੈਨੇਡੀਅਨ ਸਪੇਸ ਏਜੰਸੀ ਦੀ? CSA ਦਾ ਬੜਾ ਅਹਿਮ ਕੰਟਰੀਬਿਊਸ਼ਨ ਹੈ। ਮੈਂ ਹੁੰਦਾ ਕੀ ਹੈ ਕਿ ਉਹ ਵੱਡੀ ਛਤਰੀ ਦੇ ਥੱਲੇ ਬੰਦਾ ਛੁਪ ਜਾਂਦਾ, ਕਿਉਂਕਿ CSA ਨਾਸਾ ਦੇ ਨਾਲ ਬਿਲਕੁਲ ਮਿਲ ਕੇ ਕੰਮ ਕਰਦਾ ਹੈ, ਕੋਲੈਬੋਰੇਸ਼ਨ ਹੈ ਸਟਰੋਂਗ। ਤੇ ਜਿਹੜੀ ਵੀ ਉਹਦੇ 'ਚ ਟੈਕਨੀਕਲੀ ਜਿਹੜੀ ਅਚੀਵਮੈਂਟਸ ਹੁੰਦੀਆਂ ਨੇ ਉਹ ਸ਼ੈਡੋ ਚਲੀ ਜਾਂਦੀਆਂ ਨੇ ਬਿਕਾਜ਼ ਆਫ ਨਾਸਾ। ਓਕੇ। ਫॉर द नॉलेज ऑफ एवरी कनेडियन और इंडियन कनेडियन ਜਿਹੜੇ ਲੋਕ ਸੁਣ ਰਹੇ ਨੇ ਕਿ 9 ਐਸਟਰੋਨੌਟਸ ਭੇਜੇ ਜੀ ਕੈਨੇਡਾ ਨੇ ਸਪੇਸ 'ਚ 9 ਐਸਟਰੋਨੌਟਸ। ਓਕੇ।
for regular visitors again ISS ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਔਰ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਹੈ ਕੈਨੇਡਾ ਦੀ ਟੈਕਨੋਲੋਜੀ ਫਰੰਟ ਦੇ ਉੱਤੇ ਜਿਹੜਾ ਕੋਈ ਦੂਸਰਾ ਮੈਚ ਨਹੀਂ ਉਹ ਹੈਗਾ ਕੈਨੇਡਾ ਆਰਮ। ਠੀਕ ਹੈ, ਕੀ ਹੈ ਕੈਨੇਡਾ ਆਰਮ? ਇੱਕ ਰੋਬੋਟਿਕ ਆਰਮ ਡਿਵੈਲਪ ਕੀਤੀ ਸੀ ਕੈਨੇਡਾ ਨੇ CSA ਨੇ ਜਿਹੜੀ ਰਿਪੇਅਰ ਵਰਕ ਕਰਦੀ ਹੈ ਸਪੇਸ ਤੇ। ਅੱਛਾ। ਔਰ ਫਿਊਚਰ ਵਿੱਚ ਅਗਰ ਬਾਕੀ ਵੀ ਸੈਟਲਾਈਟ ਜਾਂ ਬਾਕੀ ਵੀ ਸਪੇਸ ਕਰਾਫਟ ਅਗਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਡੌਕ ਕਰਨਗੇ ਉਹਨਾਂ 'ਚ ਕੋਈ ਗੜਬੜੀ ਹੈ ਰਿਪੇਅਰ ਕਰਨਾ ਹੈ ਕੁਝ ਕਰਨਾ ਹੈ ਤੇ ਰੋਬੋਟਿਕ ਆਰਮ ਜਾ ਕੇ ਰੋਬੋਟਿਕ ਆਰਮ ਕੁਝ ਨਹੀਂ ਹੈਗੀ ਉਹ ਕੈਨੇਡਾ ਉਹਦਾ ਰੋਬੋਟਸ ਹੈਗੇ ਜਿਹੜੇ ਕਿ ਰਿਪੇਅਰ ਕਰਦੇ ਸਪੇਸ ਸਟੇਸ਼ਨਸ ਜਾਂ ਤੇ ਬਹੁਤ ਵੱਡਾ ਕੈਨੇਡਾ ਦਾ ਕੰਟਰੀਬਿਊਸ਼ਨ ਹੈ। ਆਈ ਥਿੰਕ Canada Space Agency ਦਾ ਬਹੁਤ I mean we should compliment them for such a wonderful achievement। ਠੀਕ ਹੈ। ਸੋ ਕਿਉਂਕਿ ਨਾਸਾ ਤੁਹਾਡੀ ਗੱਲ ਠੀਕ ਹੈ ਕਿਉਂਕਿ ਨਾਸਾ ਇੰਨਾ ਵੱਡਾ ਹੈ ਕਿ ਜਿਹੜੀ CSA ਉਹਦੇ ਥੱਲੇ ਵੱਡੇ ਅੰਬਰੇਲਾ ਥੱਲੇ ਛੋਟਾ ਅੰਬਰੇਲਾ ਛੁਪ ਜਾਂਦਾ ਹੈ ਬਟ ਕੈਨੇਡੀਅਨ ਸਪੇਸ ਏਜੰਸੀ ਦੀ ਬਹੁਤ ਇੰਪੋਰਟੈਂਸ ਹੈ। ਇਸਰੋ ਦੇ ਅੰਦਰ ਵੀ ਹੋ ਸਕਦਾ ਹੈ ਕੈਨੇਡੀਅਨ ਸਪੇਸ ਏਜੰਸੀਜ਼ ਦੇ ਰੋਬੋਟਸ ਜਾਂਦੇ ਹੋਣ ਇੱਥੋਂ ਉਹਨਾਂ ਦੀ ਕੋਲੈਬੋਰੇਸ਼ਨ ਹੋਏ ਬਾਕੀ ਜਾਪਾਨ ਦੀ ਜਾਂ ਹੋਰ ਸਪੇਸ ਏਜੰਸੀ 'ਚ ਵੀ CSA ਦਾ ਕਾਫੀ ਵੱਡਾ ਹੱਥ ਹੋਏ। ਇੱਕ ਬੜੀ ਅੱਛੀ ਗੱਲ ਹੈਗੀ ਹੈ ਮੈਂ ਕਹਾਂਗਾ ਕਿ ਜਿੱਥੇ ਤੱਕ ਸਪੇਸ ਸਾਇੰਸਿਸ ਦਾ ਸਵਾਲ ਹੈ ਨਾ ਤੇ ਕੋਈ ਪੋਲੀਟੀਕਲ ਜਾਂ ਡਿਪਲੋਮੈਟਿਕ ਹਰਡਲਸ ਨਹੀਂ ਹੈਗੇ ਦੁਨੀਆ 'ਚ। ਇਸ ਵਕਤ ਵੀ ਹਰ ਕੰਟਰੀ ਦੂਜੀ ਕੰਟਰੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ। ਉਹ ਗੱਲ ਅਲੱਗ ਹੈ ਕਿ ਕੁਝ ਚੀਜ਼ਾਂ ਬ੍ਰਾਂਚ ਆਊਟ ਹੁੰਦੀਆਂ ਜਿਸ ਤਰ੍ਹਾਂ ਹੁਣ ਸਪਾਈ ਕਰਨ ਵਾਲੇ ਸੈਟਲਾਈਟ ਹੈਗੇ ਉਹ ਸਪਾਈ ਕਰਦੇ ਨੇ ਤੁਹਾਨੂੰ ਉਹ ਜਸੂਸੀ ਕਰਦੇ ਨੇ ਜਾਂ ਡਿਫੈਂਸ ਦੇ ਨਾਲ ਜੁੜੀਆਂ ਕੁਝ ਚੀਜ਼ਾਂ ਹੈਗੀਆਂ ਆਰਮ ਫੋਰਸਿਸ ਦੇ ਨਾਲ ਡਿਫੈਂਸ ਜਾਂ 에ਅਰ ਫੋਰਸ ਦੇ ਨਾਲ ਜਿਹੜੀਆਂ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਲੋਕ ਦੱਸਣਾ ਨਹੀਂ ਚਾਹੁੰਦੇ ਪਰ ਉਹਦੇ ਬਾਵਜੂਦ ਵੀ ਮੈਂ ਸਮਝਣਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ 99% ਕੰਟਰੀਜ਼ ਦਾ ਇੱਕ ਦੂਜੇ ਨਾਲ 100% ਕੰਟਰੀਬਿਊਸ਼ਨ ਹੈ ਔਰ ਕੋਆਰਡੀਨੇਸ਼ਨ। ਐਂਡੀ ਜੀ ਬਿਲਕੁਲ ਠੀਕ ਤੁਸੀਂ ਕਿਹਾ ਬਹੁਤ ਅੱਛਾ ਤੁਹਾਡਾ ਐਨਾਲਿਸਿਸ ਹੈ ਲੇਕਿਨ ਅਰਥ ਦੇ ਉੱਪਰ ਸਾਰੀ ਦੁਨੀਆ ਸਾਰੀ ਕੰਟਰੀਜ਼ ਹੈ ਲੜਾਈਆਂ ਅੱਜ ਵੀ ਲੱਗੀਆਂ ਯੂਕਰੇਨ ਰਸ਼ੀਆ ਦੀ ਲੜਾਈ ਲੱਗੀ ਹੈ ਸਪੇਸ ਵਾਰਸ ਮੂਵੀਜ਼ ਬਣੀਆਂ ਸਪੇਸ ਵਾਰਸ ਦੀ ਸੀਰੀਜ਼ ਚੱਲਦੀ ਹੈ ਅਸੀਂ ਕਹੀਏ ਸਪੇਸ ਦੀ ਵੀ ਇੱਕ ਹੋੜ ਲੱਗੀ ਹੋਈ ਹੈ 4 ਕੰਟਰੀਜ਼ ਹੈ ਉੱਥੇ ਹੋਰ ਵੀ ਕੰਟਰੀਜ਼ ਜਾ ਸਕਦੀਆਂ ਲੇਕਿਨ ਸਪੇਸ ਵਾਰ ਉਹ ਵੀ ਤਾਂ ਇੱਕ ਪੋਸੀਬਿਲਿਟੀ ਹੈ ਫਿਊਚਰ 'ਚ ਜਿਹਦੇ ਕੋਲ ਸਪੇਸ ਦੀ ਪਾਵਰ ਹੈ ਜਿਹੜਾ ਸਪੇਸ ਤੇ ਹੈ ਉਹ ਅਰਥ ਨੂੰ ਕੌਂਕਰ ਕਰ ਸਕਦਾ ਹੈ ਇਹ ਵੀ ਇੱਕ ਥਿਉਰੀ ਚੱਲਦੀ ਹੈ ਸੋਸ਼ਲ ਮੀਡੀਆ ਤੇ। ਇੱਕ ਨਹੀਂ ਤੁਸੀਂ ਕੰਟਰੋਲ ਤੇ ਦੇਖੋ ਜੀ ਅੱਜ ਦੀ ਤਰੀਕੇ ਜਿੰਨੇ ਸੈਟਲਾਈਟ ਹੈਗੇ ਨੇ 4000 ਤੋਂ ਜ਼ਿਆਦਾ ਸੈਟਲਾਈਟ ਸਾਡੇ ਕੋਲ ਐਕਟਿਵ ਸੈਟਲਾਈਟਸ ਹੈਗੇ ਨੇ ਜਿਹੜੇ ਸਾਡੇ ਹਰ ਸਿਸਟਮ ਨੂੰ ਕੰਟਰੋਲ ਕਰ ਰਹੇ ਚਾਹੇ ਕਮਿਊਨੀਕੇਸ਼ਨ ਹੈ ਚਾਹੇ ਡਿਫੈਂਸ ਹੈ ਚਾਹੇ ਵੈਦਰ ਹੈ ਜਾਂ ਕੁਝ ਵੀ ਹੈਗਾ। ਹੁਣ ਇਹਦੇ 'ਚ ਅਗਰ ਮੈਨੂਪੂਲੇਸ਼ਨ ਕਰਤੀ ਜਾਏ ਜਾਂ ਕੋਈ ਇਹਨਾਂ ਨੂੰ ਕਿਸੇ ਤਰੀਕੇ ਨਾਲ ਮੈਨੂਵਰ ਕਰ ਲੇ ਜਾਂ ਇਹਨਾਂ ਨੂੰ ਮੈਨੇਜ ਕਰ ਲੇ ਤੇ ਤੁਸੀਂ ਕਿਸੇ ਤਰ੍ਹਾਂ ਦਾ ਡਿਜ਼ਾਸਟਰਸ ਦੁਨੀਆ ਤੇ ਲਿਆ ਸਕਦੇ ਮਤਲਬ ਜਿਹਦੀ ਪਾਵਰ ਸਪੇਸ 'ਚ ਹੈ ਉਹ ਅਰਥ ਨੂੰ ਕੌਂਕਰ ਕਰ ਸਕਦਾ ਹੈ ਇਹ ਵੀ ਪੋਸੀਬਿਲਿਟੀ ਹੈ। ਮੈਂ ਕੀਪਿੰਗ ਫਿੰਗਰਸ ਕ੍ਰਾਸ ਮੈਂ ਰੱਬ ਨੂੰ ਚਾਹਾਂਗਾ ਕਿ ਇਹੋ ਜੀ ਚੀਜ਼ ਨਾ ਹੋਏ ਲੇਕਿਨ ਜਿਹੜੀ ਦੂਜੀ ਦੁਨੀਆ 'ਚ ਗੱਲ ਚੱਲਦੀ ਹੈ ਇਹ ਜੀ ਹੋਈ ਤੇ ਬੜਾ ਵੱਡਾ ਡਿਜ਼ਾਸਟਰ ਹੈ। ਉਸ ਤੋਂ ਪਹਿਲੇ ਮੈਂ ਇੱਕ ਹੋਰ ਗੱਲ ਕਹਾਂਗਾ ਕਿ ਸਪੇਸ ਵਿੱਚ ਸਪੇਸ ਜੰਕ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਵੀ ਇੱਕ ਬੜਾ ਵੱਡਾ ਮਸਲਾ ਹੈ। ਉਹ ਕੀ ਹੈ ਸਪੇਸ ਜੰਕ? ਕਿਉਂਕਿ ਇਹ ਜਿੰਨੇ ਵੀ ਤੁਹਾਡੇ ਸਪੇਸ ਕਰਾਫਟ ਜਾਂਦੇ ਨੇ ਇਹ 90% ਦਾ ਚੀਜ਼ਾਂ ਰਸਤੇ ਛੱਡੀ ਜਾਂਦੇ ਨੇ। ਠੀਕ ਹੈ। ਇਹ ਹੁਣ 5 ਲੱਖ ਕਿਲੋਮੀਟਰ ਤੇ ਇਹ ਛੱਡਤਾ ਫਿਰ ਇਹ ਛੱਡਤਾ ਤੇ ਸਪੇਸ ਜੰਕ ਕਾਫੀ ਸਪੇਸ ਜੰਕ ਸਪੇਸ ਵਿੱਚ ਫਲੋਟ ਕਰ ਰਿਹਾ। ਠੀਕ ਹੈ। ਉਹ ਆਪਣੇ ਆਪ ਵਿੱਚ ਸਪੇਸ ਜੰਕ ਹੈ। ਅਗਰ ਤੁਹਾਨੂੰ ਮੈਂ ਥੋੜਾ ਜਿਹਾ ਡਿਬੇਟ ਕਰਾਂ ਤੇ ਐਵਰੇਸਟ ਦੇ ਉੱਤੇ ਜੰਕ ਇੰਨਾ ਜ਼ਿਆਦਾ ਸੀ ਕਿ ਹੁਣ ਤੇ ਉੱਥੇ ਸਪੈਸ਼ਲ ਮਿਸ਼ਨ ਭੇਜਣੇ ਸ਼ੁਰੂ ਕਰਤੇ ਨੇ ਕਿ ਜਿਹੜੇ ਜੰਕ ਨੂੰ ਕੱਲ ਨੂੰ ਸਾਇੰਟਿਸਟ ਉਹਦਾ ਸਪੇਸ 'ਚ ਵੀ ਜੰਕ ਕਲੀਨ ਕਰਨ ਲਈ ਬੰਦੇ ਭੇਜਦੇ ਕਰਨਗੇ ਤਾਂ ਇੱਕ ਜੰਕ ਰਿਮੂਵਲ ਔਰ ਫਿਰ ਸਪੇਸ ਵਾਰ ਇਹ ਸਭ ਚੀਜ਼ਾਂ ਔਰ ਮੈਨੇਜ ਕਰਨਾ ਜਾਂ ਮੈਨੂਵਰ ਕਰਨਾ ਜਾਂ ਮਿਸਮੈਨੇਜ ਕਰਨਾ ਜਾਂ ਇੰਟਰਫੇਅਰ ਕਰਨਾ ਇਹ ਚੀਜ਼ਾਂ ਸਾਇੰਸ ਦੇ ਨਾਲ ਜੁੜੀਆਂ ਨੇ। ਅਨਫੋਰਚੂਨੇਟਲੀ ਸਾਇੰਸ ਦੇ ਨਾਲ ਡਿਜ਼ਾਸਟਰ ਔਰ ਸਾਇੰਸ ਦੇ ਨਾਲ ਇਸ ਤਰ੍ਹਾਂ ਦੀਆਂ ਨੈਗੇਟਿਵ ਚੀਜ਼ਾਂ ਆਟੋਮੈਟਿਕਲੀ ਆ ਜਾਂਦੀਆਂ ਲੋਕਾਂ ਦਾ ਵੈਸਟਡ ਇੰਟਰਸਟ ਹੁੰਦਾ। ਐਂਡੀ ਜੀ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਥੈਂਕ ਯੂ ਤੁਸੀਂ ਆਏ ਗੱਲਬਾਤ ਕੀਤੀ ਸਪੇਸ ਦੇ ਉੱਪਰ ਅਸੀਂ ਫਿਰ ਤੁਹਾਨੂੰ ਇਨਵਾਈਟ ਕਰਾਂਗੇ ਤਾਂ ਕਿ ਇਹ ਵੀ ਇੱਕ ਟੌਪਿਕ ਹੈ ਜਿਹਦੇ ਤੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹਨਾਂ ਨੂੰ ਵੀ ਪਤਾ ਚੱਲੇ ਕਿੰਨੀ ਅਚੀਵਮੈਂਟਸ ਹੈ ਸਪੇਸ ਏਜੰਸੀਜ਼ ਦੀ। ਥੈਂਕ ਯੂ। ਮੈਂ ਤੁਹਾਨੂੰ ਟੂ ਕਨਕਲੂਡ ਮਾਈ ਟਾਕ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇਫ ਇਸਰੋ ਕੈਨ ਡੂ ਇਟ CSA ਕੈਨ ਡੂ ਇਟ ਬੈਟਰ। ਠੀਕ ਹੈ। ਸਾਡੇ ਕੋਲ ਇੱਥੇ ਬਹੁਤ ਅੱਛੇ ਟੈਲੈਂਟ ਹੈਗੇ ਔਰ ਇੱਥੇ ਦੇ ਸਟੂਡੈਂਟਸ ਜਿਹੜੇ ਸਕੂਲਾਂ 'ਚ ਜਦੋਂ ਕਦੀ ਮੌਕਾ ਮਿਲਦਾ ਜਾਣ ਦਾ ਉਹਨਾਂ ਦੇ ਐਕਸਪੈਰੀਮੈਂਟਸ ਜਾਂ ਉਹਨਾਂ ਦੇ ਮਾਡਲਸ ਦੇਖੀਦਾ ਫਿਨੋਮੀਨਲ ਬਟ ਦੇ ਨੀਡ ਡਾਇਰੈਕਸ਼ਨ। ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ। ਥੈਂਕ ਯੂ। ਸੋ ਆ ਸੀਗੇ ਐਂਡੀ ਆਨੰਦ ਜਿਨ੍ਹਾਂ ਨੇ ਰਿਸਰਚ ਕੀਤੀ ਹੋਈ ਹੈ ਸਪੇਸ ਦੇ ਸਟੇਸ਼ਨਸ ਤੇ ਸਪੇਸ ਏਜੰਸੀਜ਼ ਦੇ ਉੱਪਰ।
ਸੋ ਕੈਨੇਡਾ ਦੀ ਸਪੇਸ ਏਜੰਸੀ CSA ਕਾਫੀ ਵੱਡੀ ਕੰਟਰੀਬਿਊਸ਼ਨ ਹੈ ਵੱਖ-ਵੱਖ ਸਪੇਸ ਏਜੰਸੀਜ਼ ਨੂੰ। ਅਗਰ ਇਸਰੋ ਕਰ ਸਕਦੀ ਹੈ ਤਾਂ CSA ਵੀ ਆਪਣਾ ਜਿਹੜਾ ਮਿਸ਼ਨ ਹੈ ਮੂਨ ਤੇ ਲੈਂਡ ਕਰ ਸਕਦਾ ਹੈ। ਅਸੀਂ ਦੇਖਾਂਗੇ ਆਉਣ ਵਾਲੇ ਟਾਈਮ ਤੇ CSA ਦੀ ਹੋਰ ਕੁਝ ਰਿਪੋਰਟਸ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।